ਡੀਅਰ ਸਟੂਡੈਂਟ, ਹੁਣ ਆਪਾਂ ਕਹਾਣੀ ਦਾ ਚੌਥਾ ਪਾਠ ਦੁੱਧ ਦਾ ਛੱਪੜ ਕਹਾਣੀ ਦੇ ਪ੍ਰਸ਼ਨ ਉੱਤਰ ਕਰਾਂਗੇ। ਪਹਿਲਾ ਪ੍ਰਸ਼ਨ ਹੈ ਜੀ, ਆਪਣਾ ਪਾਠ ਹੈ ਜੀ ਪਹਿਲਾਂ ਚੌਥਾ। ਪਾਠ ਦਾ ਨਾਂ ਹੈ ਦੁੱਧ ਦਾ ਛੱਪੜ। ਕਹਾਣੀਕਾਰ ਹੈ ਕੁਲਵੰਤ ਸਿੰਘ ਵਿਰਕ। ਲਾਲ ਤੇ ਦਿਆਲ। ਪਹਿਲਾ ਪ੍ਰਸ਼ਨ ਹੈ ਜੀ, ਲਾਲ ਤੇ ਦਿਆਲ ਦਾ ਆਪਸ ਵਿੱਚ ਕੀ ਰਿਸ਼ਤਾ ਸੀ? ਉਹਨਾਂ ਨੂੰ ਇਕੱਠੇ ਕੰਮ ਕਰਨ ਦਾ ਕੀ ਫਾਇਦਾ ਸੀ? ਲਾਲ ਤੇ ਦਿਆਲ ਦੋਵੇਂ ਆਪਸ ਵਿੱਚ ਚਾਚੇ ਤਾਏ ਦੇ ਪੁੱਤਰ ਸਨ। ਉਹ ਦੋਵੇਂ ਹੀ ਵਾਹੀ ਜਾਂ ਕਹਿ ਲਓ ਖੇਤੀ ਦਾ ਕੰਮ ਇਕੱਠੇ ਹੀ ਕਰਦੇ ਸਨ। ਉਹਨਾਂ ਨੂੰ ਇਕੱਠਾ ਕੰਮ ਕਰਨ ਦਾ ਇਹ ਫਾਇਦਾ ਸੀ ਕਿ ਜੇਕਰ ਇੱਕ ਜਣਾ ਰਲ ਕੇ ਕਾਮੇ ਨਾਲ ਖੇਤੀ ਦਾ ਕੰਮ ਕਰਦਾ ਤੇ ਦੂਜਾ ਘਰ ਦੇ ਅਤੇ ਪਿੰਡ ਦੇ ਨਿੱਕੇ ਮੋਟੇ ਕੰਮ ਕਰ ਲੈਂਦਾ। ਇਹ ਸੀ ਆਪਣਾ ਪਹਿਲਾ ਪ੍ਰਸ਼ਨ, ਲਾਲ ਤੇ ਦਿਆਲ ਦਾ ਆਪਸੀ ਰਿਸ਼ਤਾ ਤੇ ਉਹਨਾਂ ਨੂੰ ਇਕੱਠੇ ਕੰਮ ਕਰਨ ਦਾ ਫਾਇਦਾ। ਦਿਆਲ ਨੂੰ ਘਰ ਫਿਰਦਿਆਂ ਵੇਖ ਕੇ ਲਾਲ ਦੀ ਵਹੁਟੀ ਕੀ ਸੋਚਦੀ ਸੀ? ਦਿਆਲ ਨੂੰ ਘਰ ਫਿਰਦਿਆਂ ਵੇਖ ਕੇ ਲਾਲ ਦੀ ਵਹੁਟੀ ਸੋਚਦੀ ਸੀ ਕਿ ਜੇਕਰ ਲਾਲ ਵੀ ਇਸ ਵੇਲੇ ਘਰ ਜਾਂ ਇਸ ਸਮੇਂ ਘਰ ਆ ਸਕੇ ਤਾਂ ਉਹ ਉਸ ਨੂੰ ਪੀਣ ਲਈ ਦੁੱਧ ਪਾ ਕੇ ਦੇਵੇ ਤੇ ਪਿੰਡ ਵਿੱਚ ਜਾਣ ਲਈ ਉਸ ਦੇ ਨੂੰ ਚਿੱਟੇ ਕੱਪੜੇ ਪੁਆ ਕੇ ਭੇਜੇ ਤੇ ਉਸ ਦੀ ਪੱਗ ਨੂੰ ਮਾਵਾ ਲਾ ਕੇ ਦੇਵੇ। ਇਹ ਸੀ ਦੂਜਾ ਪ੍ਰਸ਼ਨ। ਦਿਆਲ ਨੂੰ ਘਰ ਫਿਰਦਾ ਵੇਖ ਕੇ ਲਾਲ ਦੀ ਵਹੁਟੀ ਕੀ ਸੋਚਦੀ ਹੈ ਜੀ? ਲਾਲ ਆਪਣੀ ਵਹੁਟੀ ਵੱਲੋਂ ਦਿਆਲ ਪ੍ਰਤੀ ਮਿਲੇ ਉਲਾਂਭੇ ਦਾ ਜਵਾਬ ਕਿਵੇਂ ਦਿੰਦਾ ਸੀ? ਜਦ ਲਾਲ ਦੀ ਵਹੁਟੀ ਉਸ ਨੂੰ ਕਹਿੰਦੀ ਹੈ ਕਿ ਉਹ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਹੈ, ਦਿਆਲ ਸਾਰਾ ਦਿਨ ਘਰ ਸਰਦਾਰ ਬਣ ਕੇ ਪਿੰਡ 'ਚ ਘੁੰਮਦਾ ਰਹਿੰਦਾ ਹੈ, ਉਹ ਲਾਲ ਨੂੰ ਵੀ ਕਿਤੇ ਨਾ ਕਿਤੇ ਪਿੰਡ ਆਉਣ ਲਈ ਕਹਿੰਦੀ ਹੈ। ਤਾਂ ਲਾਲ ਹੱਸ ਕੇ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਹਲਾ ਮੈਂ ਵੀ ਆ ਜਾਇਆ ਕਰਾਂਗਾ, ਇਹਦੇ ਵਿੱਚ ਕਿਹੜਾ ਵੱਡੀ ਗੱਲ ਹੈ। ਇਹ ਸੀ ਆਪਣਾ ਪ੍ਰਸ਼ਨ ਤੀਜਾ। ਲਾਲ ਆਪਣੀ ਵਹੁਟੀ ਵੱਲੋਂ ਮਿਲੇ ਉਲਾਂਭੇ ਦਾ ਜਵਾਬ ਕਿਵੇਂ ਦਿੰਦਾ ਹੈ? ਚੌਥਾ ਪ੍ਰਸ਼ਨ ਹੈ ਜੀ, ਲਾਲ ਤੇ ਦਿਆਲ ਕਿਹੜੀ ਗੱਲੋਂ ਅੱਡਰੇ ਹੋਏ? ਚੌਥਾ ਪ੍ਰਸ਼ਨ ਹੈ, ਲਾਲ ਤੇ ਦਿਆਲ ਕਿਹੜੀ ਗੱਲੋਂ ਅੱਡਰੇ ਹੋਏ ਭਾਵ ਅੱਡ ਹੋਏ? ਲਾਲ ਤੇ ਦੋਵੇਂ ਅੱਡਰੇ ਇਸ ਗੱਲ ਤੋਂ ਹੋਏ ਕਿ ਦਿਆਲ ਖੇਤ 'ਚ ਜਦੋਂ ਵਾਢੀਆਂ ਦੇ ਕੰਮ ਚੱਲ ਰਹੇ ਸਨ ਤਾਂ ਇੱਕ ਦਿਨ ਵਾਢੀਆਂ ਪਿੱਛੋਂ ਭਰੀ ਲਿਆਉਂਦੇ ਮੁੰਡੇ ਨੇ ਜਦੋਂ ਇਹ ਕਿਹਾ ਕਿ ਇਹ ਭਰੀ ਤਾਂ ਦਿਆਲ ਦੇ ਖਿਲਵਾੜੇ 'ਚੋਂ ਲਿਆਇਆ ਹਾਂ, ਤਾਂ ਇਹ ਸੁਣ ਕੇ ਲਾਲ ਨੂੰ ਗੁੱਸਾ ਚੜ੍ਹ ਗਿਆ। ਲਾਲ ਸੋਚਦਾ ਸੀ ਕਿ ਖਿਲਵਾੜਾ ਤਾਂ ਸਾਡਾ ਦੋਹਾਂ ਦਾ ਸਾਂਝਾ ਹੈ, ਪਰ ਨਾ ਦਿਆਲ ਦਾ ਵੱਜ ਰਿਹਾ ਹੈ। ਤਾਂ ਕੰਮ 'ਚ ਰੁੱਝੇ ਹੋਣ ਨਾਲ ਲਾਲ ਨੂੰ ਆਪਣਾ ਨਾਂ ਭੋਏ ਤੋਂ ਮਿਟਦਾ ਜਾਪਣ ਲੱਗਾ। ਇਸ ਲਈ ਉਸਨੇ ਅੱਡਰੇ ਹੋਣ ਦਾ ਫੈਸਲਾ ਲਿਆ। ਉੱਤੇ ਬਗਲੇ ਨਹਾਉਂਦੇ ਰਹੇ, ਹੇਠਾਂ ਲਾਲ ਨਹਾਉਂਦਾ ਰਿਹਾ। ਪਿੰਡ ਦੇ ਲੋਕ ਇਹ ਕਿਉਂ ਕਹਿੰਦੇ ਫਿਰਦੇ ਸਨ। ਇੱਕ ਦਿਨ ਜਦੋਂ ਬਹੁਤ ਭਾਰੀ ਮੀਂਹ ਪਿਆ ਤਾਂ ਦਿਆਲ ਕੋਲ ਤਾਂ ਇੱਕ ਬਾਹਰ ਕੋਠਾ ਸੀ, ਪਰ
ਲਾਲ ਕੋਲ ਕੋਈ ਕੋਠਾ ਨਹੀਂ ਸੀ। ਲਾਲ ਚਾਦਰ ਦੀ ਬੁੱਕਲ ਮਾਰ ਕੇ ਤੂਤ ਹੇਠ ਬੈਠਾ ਰਿਹਾ। ਉਸੇ ਤੂਤ ਉੱਤੇ ਬਗਲਿਆਂ ਦਾ ਆਲ੍ਹਣਾ ਸੀ। ਇਸ ਕਰਕੇ ਲੋਕੀ ਕਹਿੰਦੇ ਫਿਰਦੇ ਸਨ, ਉੱਤੇ ਬਗਲੇ ਨਹਾਉਂਦੇ ਰਹੇ, ਹੇਠਾਂ ਲਾਲ ਨਹਾਉਂਦਾ ਰਿਹਾ। ਪਹਿਲਾਂ ਹੀ ਚੋਈ ਜਾ ਚੁੱਕੀ ਮੱਝ ਦਾ ਪਰਦਾ ਰੱਖਣ ਲਈ ਲਾਲ ਨੇ ਕੀ ਫੁਰਨਾ ਫੁਰਿਆ, ਭਾਵ ਉਹਨੇ ਕੀ ਵਿਉਂਤ ਵਰਤੀ। ਪਹਿਲਾਂ ਹੀ ਚੋਈ ਜਾ ਚੁੱਕੀ ਮੱਝ ਦਾ ਪਰਦਾ ਰੱਖਣ ਲਈ ਲਾਲ ਨੇ ਇਹ ਫੁਰਨਾ ਆਇਆ ਕਿ ਡੁੱਲੇ ਦੁੱਧ ਬਾਰੇ ਇਹ ਅੰਦਾਜ਼ਾ ਲਾਉਣਾ ਔਖਾ ਹੁੰਦਾ ਹੈ ਕਿ ਇਹ ਕਿੰਨਾ ਕੁ ਹੈ। ਇਸ ਲਈ ਉਸ ਨੇ ਜੋ 2-4 ਧਾਰਾਂ ਹੀ ਚੋਈਆਂ ਸਨ ਉਹ ਡੋਲ ਦਿੱਤੀਆਂ। ਜਦ ਲਾਲ ਦੀ ਘਰਵਾਲੀ ਨੇ ਡੁੱਲਿਆ ਦੁੱਧ ਦੇਖਿਆ ਤਾਂ ਕਹਿਣ ਲੱਗੀ, ਹਾਂ ਹਾਂ, ਕਿੰਨਾ ਦੁੱਧ ਸੀ, ਦੁੱਧ ਦਾ ਤਾਂ ਛੱਪੜ ਹੀ ਲੱਗ ਗਿਆ। ਅਗਲਾ ਪ੍ਰਸ਼ਨ ਹੈ ਆਪਣਾ, ਦੁੱਧ ਦਾ ਛੱਪੜ ਕਹਾਣੀ ਦਾ ਸਾਰ। ਦੁੱਧ ਦਾ ਛੱਪੜ ਕਹਾਣੀ ਦਾ ਜੀ ਸਾਰ ਹੈ। ਦੁੱਧ ਦਾ ਛੱਪੜ ਕਹਾਣੀ ਕੁਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਰਚਨਾ ਹੈ। ਇਸ ਕਹਾਣੀ ਵਿੱਚ ਦਾ ਸਾਰ ਅਸੀਂ ਹੇਠ ਲਿਖੇ ਬਿੰਦੂਆਂ ਰਾਹੀਂ ਸਪਸ਼ਟ ਕਰ ਸਕਦੇ ਹਾਂ। ਪਹਿਲਾ ਹੈ ਜੀ, ਚਾਚੇ ਤਾਏ ਦੇ ਪੁੱਤਰ। ਲਾਲ ਤੇ ਦਿਆਲ ਦੋਵੇਂ ਆਪਸ ਵਿੱਚ ਚਾਚੇ ਤਾਏ ਦੇ ਪੁੱਤ ਸਨ। ਦੋਹਾਂ ਦਾ ਆਪਸ ਵਿੱਚ ਬਹੁਤ ਪਿਆਰ ਹੋਣ ਕਰਕੇ ਦੋਹੇਂ ਖੇਤੀ ਦਾ ਕੰਮ ਵੀ ਇਕੱਠਾ ਕਰਦੇ ਸਨ। ਉਹਨਾਂ ਨੇ ਵਾਹੀ ਲਈ ਇੱਕ ਕਾਮਾ ਰੱਖਿਆ ਹੋਇਆ ਸੀ, ਜਿਸ ਕਰਕੇ ਇੱਕ ਜਣਾ ਕਾਮੇ ਨਾਲ ਰਲ ਕੇ ਖੇਤ ਦਾ ਕੰਮ ਕਰ ਲੈਂਦਾ ਤੇ ਦੂਜਾ ਪਿੰਡ ਵਿੱਚ ਨਿੱਕੇ ਮੋਟੇ ਕੰਮ ਦੇਖ ਲੈਂਦਾ ਸੀ। ਖੇਤ ਦਾ ਬਹੁਤਾ ਕੰਮ ਲਾਲ ਕਰਦਾ ਸੀ ਤੇ ਘਰ 'ਚ ਕੰਮ ਥੋੜ੍ਹਾ ਹੋਣ ਕਰਕੇ ਦਿਆਲ ਅਕਸਰ ਵਿਹਲਾ ਹੀ ਰਹਿੰਦਾ ਸੀ। ਤਾਂ ਪਿੰਡ ਦੇ ਲੋਕੀ ਇਹ ਕਹਿ ਦਿੰਦੇ ਕਿ ਦਿਆਲ ਤਾਂ ਲਾਲ ਦੇ ਸਿਰ 'ਤੇ ਐਸ਼ ਕਰਦਾ ਹੈ। ਲਾਲ ਦੀ ਵਹੁਟੀ ਅਕਸਰ ਦੇਖਦੀ ਰਹਿੰਦੀ ਕਿ ਦਿਆਲ ਕਦੇ ਆਪਣੇ ਮੁੰਡੇ ਨੂੰ ਚੁੱਕ ਕੇ ਤਰਖਾਣ ਕੋਲ ਬੈਠ ਕੇ ਗੱਡੀ ਬਣਵਾਉਣ ਦਿੰਦਾ ਤੇ ਕਦੇ ਆਪਣੀ ਵਹੁਟੀ ਦਾ ਸਾਗ ਚੀਰਨ ਵਾਲਾ ਦਾਤ ਚੁੱਕ ਕੇ ਲੁਹਾਰ ਕੋਲੋਂ ਲਵਾਉਣ ਚਲਾ ਜਾਂਦਾ। ਪਰ ਲਾਲ ਦੀ ਵਹੁਟੀ ਦੇ ਕੰਮ ਉਸੇ ਤਰ੍ਹਾਂ ਪਏ ਰਹਿੰਦੇ। ਉਹ ਸੋਚਦੀ ਕਿ ਜੇ ਲਾਲ ਇਸ ਸਮੇਂ ਘਰ ਹੋਵੇ ਤਾਂ ਉਹ ਉਸ ਨੂੰ ਚਿੱਟੇ ਕੱਪੜੇ ਪਵਾਵੇ ਤੇ ਮਾਵੇ ਵਾਲੀ ਪੱਗ ਨੂੰ ਮਾਵਾ ਲਾ ਕੇ ਦੇਵੇ। ਘਰਵਾਲੀ ਦੇ ਉਲੰਭੇ। ਲਾਲ ਦੇ ਘਰ ਆਉਣ 'ਤੇ ਉਸਦੇ ਘਰਵਾਲੀ ਉਸ ਨੂੰ ਕਹਿੰਦੀ ਹੈ ਕਿ ਦਿਆਲ ਅਕਸਰ ਘਰ ਵਿਹਲਾ ਫਿਰਦਾ ਰਹਿੰਦਾ ਹੈ। ਤਾਂ ਲਾਲ ਗੱਲ ਟਾਲਦਿਆਂ ਕਹਿੰਦਾ ਹੈ ਕਿ ਪਿੰਡ ਵਿਚਲੇ ਜ਼ਰੂਰੀ ਕੰਮ ਨੂੰ ਕਰਨ ਲਈ ਵੀ ਤਾਂ ਇੱਕ ਬੰਦਾ ਚਾਹੀਦਾ ਹੈ। ਤਾਂ ਲਾਲ ਦੇ ਘਰਵਾਲੀ ਕਹਿੰਦੀ ਹੈ ਕਿ ਜ਼ਰੂਰੀ ਤਾਂ ਨਹੀਂ ਕਿ ਪਿੰਡ ਵਾਲੇ ਸਾਰੇ ਕੰਮ ਦਿਆਲ ਕਰੇ, ਕਦੇ ਤੂੰ ਵੀ ਆ ਜਾਇਆ ਕਰ। ਤਾਂ ਲਾਲ ਆਉਣ ਲਈ ਕਹਿੰਦਾ ਹੈ। ਲਾਲ ਤਾਰੇ ਚੜ੍ਹੇ ਉੱਠ ਕੇ ਹਲ ਜੋੜ ਲੈਂਦਾ ਤੇ ਖੇਤ ਚਲਾ ਜਾਂਦਾ। ਪਰ ਦਿਆਲ ਧੰਮੀ ਵੇਲੇ ਉੱਠ ਕੇ ਮੱਝ ਨੂੰ ਪੱਠੇ ਪਾ ਕੇ ਤੇ ਧਾਰ ਕੱਢਦਾ। ਡੰਗਰਾਂ ਜੋਗੇ ਪੱਠੇ ਵੱਢ ਕੇ ਲਿਆਉਂਦਾ। ਪਿਛਲੇ ਪੈਰ ਕਿਸੇ ਢਾਣੀ ਜਾ ਕੇ ਬਹਿ ਜਾਂਦਾ ਤੇ ਉੱਥੇ ਸ਼ਰਾਬ ਪੀਂਦਾ ਜਾਂ ਤਾਸ਼ ਖੇਡਣ ਲੱਗ ਜਾਂਦਾ। ਕੰਮ ਸਾਰਾ ਦਿਨ ਲਾਲ ਕਰਦਾ ਸੀ। ਤੀਜਾ ਹੈ ਜੀ, ਵੱਖਰੇ ਹੋਣ ਦਾ ਫੈਸਲਾ। ਇੱਕ ਦਿਨ ਵਾਢੀਆਂ ਮਗਰੋਂ ਲਾਲ ਇੱਕ ਜੱਟ ਦੇ ਡੇਰੇ ਬੈਠਾ ਸੀ ਤਾਂ ਉਸ ਸਮੇਂ ਇੱਕ ਮੁੰਡਾ ਭਰੀ ਚੁੱਕੀ ਜਾਂਦਾ ਦੇਖ ਕੇ
ਲਾਲ ਨੇ ਪੁੱਛਿਆ, ਇਹ ਕਿੱਥੋਂ ਲਿਆਇਆ ਹੈ? ਉਸ ਮੁੰਡੇ ਨੇ ਦਿਆਲ ਦੇ ਖਲਵਾੜੇ ਦਾ ਨਾਂ ਲਿਆ। ਤਾਂ ਇਹ ਸੁਣ ਕੇ ਲਾਲ ਨੇ ਸੋਚਿਆ ਕਿ ਖਲਵਾੜਾ ਤਾਂ ਸਾਡਾ ਦੋਹਾਂ ਦਾ ਸਾਂਝਾ ਹੈ, ਪਰ ਨਾਂ ਦਿਆਲ ਦਾ ਵੱਜਦਾ ਹੈ। ਇਸ ਲਈ ਉਸਨੇ ਵੱਖ ਹੋਣ ਦਾ ਫੈਸਲਾ ਲਿਆ। ਉਹਨਾਂ ਦੋਹਾਂ ਨੇ ਬਾਕੀ ਚੀਜ਼ਾਂ ਦੇ ਨਾਲ ਨਾਲ ਪਸ਼ੂ ਡੰਗਰ ਵੀ ਵੰਡ ਲਏ। ਇੱਕ ਸੱਜਰ ਮੱਝ ਦਿਆਲ ਦੇ ਹੱਥ ਪਈ ਸੀ। ਲਾਲ ਨੇ ਉਸ ਨੂੰ ਆਟਾ ਧੂੜ ਕੇ ਚੋਣਾ ਸ਼ੁਰੂ ਕੀਤਾ। ਇੱਕ ਰਾਤ ਕਿਣਮਿਣ ਜਿਹੀ ਹੋਈ ਤੇ ਕਿਣਮਿਣ ਦੇ ਆਲਸ ਤੋਂ ਬਚਣ ਲਈ ਉਸਨੇ ਧੰਮੀ ਵੇਲੇ ਉੱਠ ਕੇ ਮੱਝ ਨੂੰ ਪੱਠੇ ਨਾ ਪਾਏ। ਪੱਠਿਆਂ ਦੀ ਤਾਂਘ 'ਚ ਮੱਝ ਸੰਗਲ ਤੜਾ ਲਿਆ। ਦਿਨ ਚੜ੍ਹੇ ਉਹ ਮੱਝ ਚੋਣ ਲੱਗਾ ਤਾਂ ਇੰਜ ਲੱਗਦਾ ਸੀ ਜਿਵੇਂ ਕਿਸੇ ਨੇ ਮੱਝ ਚੋ ਲਈ ਹੋਵੇ, ਪਰ ਦਿਆਲ ਤੋਂ ਬਿਨਾਂ ਹੋਰ ਕਿਸੇ ਨੂੰ ਉਹ ਮਿਲਦੀ ਨਹੀਂ ਸੀ। ਲਾਲ ਨੇ 2-4 ਧਾਰਾਂ ਮਾਰੀਆਂ ਤਾਂ ਥਣ ਖਾਲੀ ਹੋ ਗਏ। ਦੁੱਧ ਦਾ ਛੱਪੜ। ਲਾਲ ਨੇ ਸੋਚਿਆ ਕਿ ਜੇਕਰ ਮੱਝ ਦੇ ਚੋਣ ਦਾ ਪਤਾ ਉਸਦੀ ਘਰਵਾਲੀ ਨੂੰ ਲੱਗ ਗਿਆ ਤਾਂ ਉਸਨੇ ਦਿਆਲ ਨਾਲ ਲੜ ਪੈਣਾ ਹੈ। ਤਾਂ ਉਹ ਸੋਚਦਾ ਹੈ ਕਿ ਚੋਇਆ ਹੋਇਆ ਦੁੱਧ ਪਾਣੀ 'ਚ ਡੋਲ ਦਿੱਤਾ ਜਾਏ ਤਾਂ ਡੁੱਲੇ ਹੋਏ ਦੁੱਧ ਦਾ ਅੰਦਾਜ਼ਾ ਲਾਉਣਾ ਔਖਾ ਹੈ ਕਿ ਦੁੱਧ ਕਿੰਨਾ ਕੁ ਸੀ। ਲਾਲ ਪਤਨੀ ਨੂੰ ਦੁੱਧ ਦੇ ਡੁੱਲਣ ਬਾਰੇ ਦੱਸਦਾ ਹੈ ਤਾਂ ਉਹ ਮੱਝ ਕੋਲ ਜਾ ਕੇ ਦੇਖਦੀ ਹੋਈ ਕਹਿੰਦੀ ਹੈ, ਹਾਂ ਕਿੰਨਾ ਦੁੱਧ ਸੀ, ਛੱਪੜ ਲੱਗਿਆ ਹੋਇਆ ਏ ਦੁੱਧ ਦਾ। ਇਹ ਸੀ ਆਪਣਾ ਚੌਥਾ ਪਾਠ, ਕਹਾਣੀ ਸੰਸਾਰ ਦਾ ਦੁੱਧ ਦਾ ਛੱਪੜ। ਤੁਸੀਂ ਇਸ ਵੀਡੀਓ ਨੂੰ ਸੁਣਨਾ ਹੈ। ਜਦੋਂ ਇਸ ਵੀਡੀਓ ਸੁਣੋਗੇ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਇਸ ਪਾਠ ਦੀ PDF ਮਿਲ ਜੂਗੀ। ਉਹਨਾਂ ਚਿਰ ਦਾ ਸਮਝੋ, ਸੁਣੋ, ਰਿਵੀਜ਼ਨ ਲਓ ਤਾਂ ਜੋ ਤੁਹਾਨੂੰ ਪ੍ਰਸ਼ਨ ਉੱਤਰ ਕਰਨੇ ਸੌਖੇ ਹੋ ਜਾਣ ਅਤੇ ਨਾਲ ਦੀ ਨਾਲ ਯਾਦ ਹੋ ਜਾਣ। ਧੰਨਵਾਦ।